ਹੈਲੋ ਗਾਇਸ। ਅੱਜ ਆਪਾਂ ਪੜ੍ਹਾਂਗੇ ਈਵੀਐਸ ਦਾ ਫਸਟ ਚੈਪਟਰ 11th ਕਲਾਸ 'ਚ। ਤਾਂ ਆਪਣੇ ਈਵੀਐਸ ਦੇ ਫਸਟ ਚੈਪਟਰ ਦਾ ਨਾਮ ਹੈ ਵਾਤਾਵਰਨ, ਇਨਵਾਇਰਮੈਂਟ। ਤਾਂ ਆਪਣੇ ਕੋਲ ਫਸਟ ਟੌਪਿਕ ਆ ਜਾਂਦਾ ਹੈ ਕਿ ਵਾਟ ਇਜ਼ ਇਨਵਾਇਰਮੈਂਟ, ਕੁਦਰਤੀ ਵਾਤਾਵਰਨ ਕੀ ਹੈ। ਆਪਣੇ ਨੂੰ ਆਮ ਪਤਾ ਹੈ ਕਿ ਕੁਦਰਤੀ ਵਾਤਾਵਰਨ ਕੀ ਹੁੰਦਾ ਹੈ। ਕੁਦਰਤੀ ਵਾਤਾਵਰਨ ਦਾ ਮਤਲਬ ਹੈ ਆਪਣਾ ਆਲਾ ਦੁਆਲਾ ਜੋ ਆਪਣੇ ਸਰਾਊਂਡਿੰਗ ਘੁੰਮਦੇ ਹਨ। ਇਸ ਵਾਤਾਵਰਨ ਦੇ ਵਿੱਚ ਮਨੁੱਖ ਅਤੇ ਜੀਵ ਤੋਂ ਹੀ ਅਫੈਕਟਡ ਹੁੰਦੇ ਹਨ, ਪ੍ਰਭਾਵਿਤ ਹੁੰਦੇ ਹਨ। ਅਤੇ ਇਹਨਾਂ ਦੇ ਵਿੱਚ ਆਪਣਾ ਜਿਵੇਂ ਮੰਨ ਲਓ ਆਲਾ ਦੁਆਲਾ, ਆਪਣੇ ਜੰਗਲਸ, ਪਾਣੀ, ਬਹੁਤ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਇਨਕਲੂਡਸ ਨੇ। ਆਪਣੀ ਸੜਕਾਂ ਦੇ ਅਗਰ ਚਲਦੀ ਹਵਾ, ਆਪਣੀ ਗੈਸਾਂ ਜੋ ਕਿ ਆਪਣੇ ਕੁਦਰਤੀ ਵਾਤਾਵਰਨ ਦੇ ਵਿੱਚ ਮੌਜੂਦ ਹਨ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਕੁਦਰਤੀ ਵਾਤਾਵਰਨ, ਇਨਵਾਇਰਮੈਂਟ। ਤਾਂ ਅਗਲਾ ਦੇਖਦੇ ਹਾਂ ਕਿ ਵਾਤਾਵਰਨ ਦਾ ਸ਼ੋਸ਼ਣ ਕੀ ਹੁੰਦਾ ਹੈ। ਵਾਤਾਵਰਨ ਦਾ ਸ਼ੋਸ਼ਣ ਆਪਣੇ ਨੂੰ ਆਮ ਪਤਾ, ਵਾਤਾਵਰਨ ਦਾ ਸ਼ੋਸ਼ਣ ਜਿਵੇਂ ਕਿ ਕਿਸੇ ਵੀ ਫੈਕਟਰੀਆਂ ਦਾ ਧੂੰਆਂ, ਫੈਕਟਰੀਆਂ ਦੇ ਧੂੰਆਂ ਜੋ ਕਿ ਆਪਣੀ ਕੁਦਰਤੀ ਵਾਤਾਵਰਨ ਵਿੱਚ ਮੌਜੂਦ ਹਵਾ ਵਿੱਚ ਮਿਲ ਕੇ ਹਵਾ ਨੂੰ ਪ੍ਰਦੂਸ਼ਿਤ ਕਰ ਦਿੰਦਾ ਹੈ, ਜਿਸ ਨਾਲ ਸਾਨੂੰ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ। ਅਤੇ ਕੂੜਾ ਕਰਕਟ ਜਿਹੜਾ ਹੈ ਸਾਡੀ ਭੂਮੀ ਨੂੰ ਖਰਾਬ ਕਰ ਦਿੰਦਾ ਹੈ, ਉਸਦੀ ਉਪਜਾਊ ਸ਼ਕਤੀ ਨੂੰ ਨਸ਼ਟ ਕਰ ਦਿੰਦਾ ਹੈ। ਮਨੁੱਖ ਕੁਦਰਤੀ ਵਾਤਾਵਰਨ ਦਾ ਸ਼ੋਸ਼ਣ ਜੰਗਲਾਂ ਦੀ ਕਟਾਈ ਕਰਕੇ ਅਤੇ ਜੰਗਲਾਂ ਨੂੰ ਜਲਾ ਕੇ ਵੀ ਕਰ ਰਿਹਾ ਹੈ। ਇਸ ਨੂੰ ਆਪਾਂ ਕਹਿੰਦੇ ਹਾਂ ਕੁਦਰਤੀ ਦਾ ਵਾਤਾਵਰਨ ਦਾ ਸ਼ੋਸ਼ਣ। ਪਾਣੀ ਵਿੱਚ ਮੌਜੂਦ ਕੂੜਾ ਕਰਕਟ, ਲੋਕ ਮਨੁੱਖ ਪਾਣੀ ਦੇ ਵਿੱਚ ਇੰਨਾ ਗੰਦ ਸੁੱਟਦੇ ਹਨ ਕਿ ਪਾਣੀ ਵੀ ਪ੍ਰਦੂਸ਼ਿਤ ਹੋ ਜਾਂਦਾ ਹੈ, ਜਿਨ੍ਹਾਂ ਨੂੰ ਪੀ ਕੇ ਐਨੀਮਲਸ ਵੀ ਬਿਮਾਰ ਹੋ ਜਾਂਦੇ ਹਨ। ਇਸ ਨੂੰ ਅਸੀਂ ਪਾਣੀ ਦਾ ਪ੍ਰਦੂਸ਼ਣ ਵੀ ਕਹਿੰਦੇ ਹਾਂ। ਅਗਲਾ ਹੈ ਆਪਣੇ ਕੋਲ ਵਾਤਾਵਰਨ ਦੇ ਅੰਗ, ਕੰਪੋਨੈਂਟਸ ਆਫ ਇਨਵਾਇਰਮੈਂਟ। ਵਾਤਾਵਰਨ ਦੋ ਪ੍ਰਕਾਰ ਦੇ ਹੁੰਦੇ ਹਨ, ਇਸ ਦੇ ਦੋ ਅੰਗ ਨੇ ਜਿਸ ਨੂੰ ਅਸੀਂ ਮੁੱਖ ਅੰਗ ਕਹਿੰਦੇ ਹਾਂ। ਪਹਿਲਾ ਹੈ ਅਜੈਵਿਕ ਅੰਗ, ਅਬਾਇਓਟਿਕ ਕੰਪੋਨੈਂਟਸ, ਅਤੇ ਦੂਜਾ ਹੈ ਜੈਵਿਕ ਅੰਗ, ਬਾਇਓਟਿਕ ਕੰਪੋਨੈਂਟਸ। ਅਜੈਵਿਕ ਅੰਗ ਉਹ ਹੁੰਦੇ ਹਨ ਜਿਸ ਵਿੱਚ ਨਿਰਜੀਵ ਜੀਵ ਸ਼ਾਮਿਲ ਹਨ। ਅਜੈਵਿਕ ਅੰਗ, ਅਬਾਇਓਟਿਕ ਕੰਪੋਨੈਂਟਸ ਉਹ ਹੁੰਦੇ ਹਨ ਜਿਵੇਂ ਕਿ ਊਰਜਾ, ਵਰਖਾ, ਸੂਰਜੀ ਕਿਰਨਾਂ, ਤਾਪਮਾਨ, ਵਾਯੂ ਆਦਿ। ਮਤਲਬ ਕਿ ਇਸ ਦੇ ਵਿੱਚ ਨਿਰਜੀਵ ਚੀਜ਼ਾਂ ਸ਼ਾਮਿਲ ਹੁੰਦੀਆਂ ਹਨ। ਭਾਵੇਂ ਹੀ ਇਹ ਸੂਰਜ, ਵਰਖਾ, ਕਿਰਨਾਂ ਸਭ ਮਨੁੱਖ ਦੇ ਲਈ ਬਹੁਤ ਜ਼ਰੂਰੀ ਹਨ ਕਿਉਂਕਿ ਇਹ ਸਾਨੂੰ ਜਿਉਣ ਦੇ ਵਿੱਚ ਮਦਦ ਕਰਦੀਆਂ ਨੇ, ਪਰ ਲੇਕਿਨ ਇਹ ਅਜੈਵਿਕ ਅੰਗ ਦੇ ਵਿੱਚ ਹੀ ਆਉਂਦੀਆਂ ਨੇ। ਜੇ ਜੈਵਿਕ ਅੰਗ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਸੰਜੀਵ ਹੁੰਦੇ ਹਨ। ਸੰਜੀਵ ਸ਼ਾਮਿਲ ਹੁੰਦੇ ਹਨ ਜਿਵੇਂ ਕਿ ਸੂਖਮ ਜੀਵ, ਪੌਦੇ ਅਤੇ ਹੋਰ ਪ੍ਰਾਣੀ। ਅਤੇ ਜਿਵੇਂ ਕਿ ਸੂਖਮ ਜੀਵ ਜੋ ਕਿ ਸਿਰਫ ਅਸੀਂ ਸੂਖਮਦਰਸ਼ੀ ਦੇ ਨਾਲ ਹੀ ਵੇਖ ਸਕਦੇ ਹਾਂ। ਇੱਕ ਉਦਾਹਰਨ ਦੇ ਲਈ ਮੰਨ ਲਓ ਪੌਦੇ ਨਿਰਜੀਵ ਹਨ, ਪਰ ਇਹਨਾਂ ਨੂੰ ਸੰਜੀਵ ਹੀ ਕਹਾਂਗੇ ਕਿਉਂਕਿ ਇਹ ਖੁਦ ਸਾਹ ਲੈਂਦੇ ਹਨ। ਇਹ ਸੰਜੀਵ ਹੀ ਹਨ ਪੌਦੇ, ਕਿਉਂਕਿ ਸਾਹ ਵੀ ਲੈਂਦੇ ਹਨ ਅਤੇ ਸੂਰਜ ਇੱਕ ਊਰਜਾ ਦਾ ਸਰੋਤ ਹੈ ਜਿਸ ਦੀ ਕਿਰਨਾਂ ਦੇ ਦੁਆਰਾ ਇਹ ਆਕਸੀਜਨ ਸਾਨੂੰ ਅਪਲਾਈ ਕਰਦੇ ਹਨ ਅਤੇ ਕਾਰਬਨ ਡਾਈਆਕਸਾਈਡ ਓਬਜ਼ਰਵ ਕਰਦੇ ਹਨ। ਓਕੇ, ਜਿਵੇਂ ਕਿ ਮੰਨ ਲਓ ਪ੍ਰਾਣੀ ਕਿਵੇਂ, ਛੋਟੇ ਪ੍ਰਾਣੀ ਕਿਵੇਂ ਆਪਣੀ ਊਰਜਾ ਪ੍ਰਾਪਤ ਕਰਦੇ ਹਨ। ਅਸੀਂ ਤਾਂ ਭੋਜਨ ਤੋਂ ਲੈਂਦੇ ਹਾਂ ਨਾ ਊਰਜਾ, ਪਰ ਜਿਹੜੇ ਛੋਟੇ ਪ੍ਰਾਣੀ ਨੇ, ਸੂਖਮ ਜੀਵ ਨੇ, ਉਹ ਆਪਣੀ ਊਰਜਾ ਕਿਵੇਂ ਲੈਂਦੇ ਨੇ। ਮੰਨ ਲਓ ਕੋਈ ਵੀ ਮ੍ਰਿਤ ਸਰੀਰ ਹੈ, ਉਹਨਾਂ ਦੇ ਵਿਘਟਨ ਕਰਕੇ ਉਹ ਆਪਣੀ ਊਰਜਾ ਨੂੰ ਪ੍ਰਾਪਤ ਕਰਦੇ ਨੇ। ਮ੍ਰਿਤ ਸਰੀਰਾਂ ਦਾ ਵਿਘਟਨ ਕਰਕੇ ਆਪਣੀ ਊਰਜਾ ਨੂੰ ਪ੍ਰਾਪਤ ਕਰਦੇ ਨੇ, ਇਸ ਤਰ੍ਹਾਂ ਉਹਨਾਂ ਨੂੰ ਊਰਜਾ ਮਿਲਦੀ ਹੈ। ਅੱਗੇ ਪੜ੍ਹਦੇ ਹਾਂ ਅਸੀਂ ਵਾਤਾਵਰਨ ਦੇ ਪਸਾਰ, ਡਿਮੈਂਸ਼ਨਲਸ ਆਫ ਇਨਵਾਇਰਮੈਂਟ। ਵਾਤਾਵਰਨ ਦੇ ਪਸਾਰ ਤਿੰਨ ਪ੍ਰਕਾਰ ਦੇ ਹੁੰਦੇ ਹਨ: ਭੌਤਿਕ ਵਾਤਾਵਰਨ, ਜੈਵਿਕ ਵਾਤਾਵਰਨ ਅਤੇ ਸਮਾਜਿਕ ਵਾਤਾਵਰਨ। ਫਸਟ ਆਫ ਆਲ ਕਰਾਂਗੇ ਭੌਤਿਕ ਵਾਤਾਵਰਨ ਕੀ ਹੁੰਦਾ ਹੈ। ਭੌਤਿਕ ਵਾਤਾਵਰਨ ਦੀ ਗੱਲ ਕਰੀਏ ਤਾਂ ਇਹ ਤਿੰਨ ਪ੍ਰਕਾਰ ਦੇ ਹੁੰਦੇ ਹਨ। ਇਸ ਦੇ ਵਿੱਚ ਤਿੰਨ ਮੰਡਲ ਆਉਂਦੇ ਹਨ: ਵਾਯੂਮੰਡਲ, ਜਲ ਮੰਡਲ ਅਤੇ ਥਲ ਮੰਡਲ। ਵਾਯੂਮੰਡਲ ਐਟਮੋਸਫੀਅਰ ਹੁੰਦਾ ਹੈ। ਇਸ ਚਿੱਤਰ ਵਿੱਚ ਦਿਖਾਇਆ ਜਾ ਰਿਹਾ ਸਾਰਾ ਜੀਵ ਮੰਡਲ। ਵਾਯੂਮੰਡਲ ਸੂਰਜ, ਹਵਾ, ਬੱਦਲ ਸਭ ਇਹ ਵਾਯੂਮੰਡਲ ਦੇ ਵਿੱਚ ਆ ਜਾਂਦੇ ਹਨ ਜੋ ਕਿ ਧਰਤੀ ਦੇ ਆਲੇ ਦੁਆਲੇ ਇੱਕ ਗਿਲਾਫ ਦਾ ਕੰਮ ਕਰਦਾ ਹੈ। ਜਲ ਮੰਡਲ ਉਹ ਹੁੰਦੇ ਹਨ ਜੋ ਕਿ ਸਿਰਫ ਜਲ ਦੇ ਵਿੱਚ ਪਾਇਆ ਜਾਂਦਾ ਹੈ ਜੀਵਨ। ਥਲ ਮੰਡਲ ਲੈਂਡ ਭੂਮੀ ਜੋ ਜੀ ਕੇਵਲ ਭੂਮੀ ਦੇ ਵਿੱਚ ਪਾਇਆ ਜਾਂਦਾ ਹੈ। ਅੱਗੇ ਹੈ ਜੈਵਿਕ ਵਾਤਾਵਰਨ। ਜੈਵਿਕ ਵਾਤਾਵਰਨ ਕੀ ਹੁੰਦਾ ਹੈ। ਅੱਗੇ ਜੈਵਿਕ ਵਾਤਾਵਰਨ ਦੀ ਤਿੰਨ ਕਿਸਮਾਂ ਹੁੰਦੀਆਂ ਨੇ। ਜੈਵਿਕ ਵਾਤਾਵਰਨ ਦੇ ਵਿੱਚ ਜਿੰਦਾ ਜੀਵ ਆਉਂਦੇ ਨੇ, ਜਿੰਦਾ ਜੀਵ ਸ਼ਾਮਿਲ ਹੁੰਦੇ ਨੇ ਇਹਨਾਂ ਵਿੱਚ ਇੱਕ ਉਤਪਾਦਕ
ਖਪਤਕਾਰ ਤੇ ਨਿਖੇੜਕ ਹੁੰਦੇ ਨੇ। ਉਤਪਾਦਕ ਉਹ ਉਹਨਾਂ ਨੂੰ ਕਹਿੰਦੇ ਹਨ ਜਿਹੜੇ ਕਿ ਸਵੈਪੋਸ਼ੀ ਹੁੰਦੇ ਨੇ, ਜਿਹਦੇ ਵਿੱਚ ਪੌਦੇ ਆਪਣਾ ਭੋਜਨ ਆਪ ਬਣਾਉਂਦੇ ਹਨ। ਅਸੀਂ ਉਹਨੂੰ ਉਤਪਾਦਕ ਅਸੀਂ ਉਹਨੂੰ ਕਹਿੰਦੇ ਹਾਂ, ਇਸ ਨੂੰ ਅਸੀਂ ਸਵੈਪੋਸ਼ੀ ਵੀ ਕਹਿੰਦੇ ਹਾਂ। ਸਵੈਪੋਸ਼ੀ ਉਹ ਹੁੰਦੇ ਹਨ ਜਿਹੜੇ ਕਿ ਆਪਣਾ ਭੋਜਨ ਆਪ ਬਣਾਉਂਦੇ ਹਨ। ਮੰਨ ਲਓ ਪੌਦੇ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਦੇ ਵਿੱਚ ਪੌਦੇ ਆਪਣਾ ਆਪ ਭੋਜਨ ਬਣਾਉਂਦੇ ਹਨ। ਖਪਤਕਾਰ ਅਸੀਂ ਉਹਨੂੰ ਕਹਿੰਦੇ ਹਾਂ ਜਿਹੜੇ ਕਿ ਪਰ ਆਹਾਰੀ ਹੁੰਦੇ ਨੇ। ਪਰ ਆਹਾਰੀ, ਪਰਪੋਸ਼ੀ ਜਿਹੜੇ ਕਿ ਦੂਜਿਆਂ ਤੋਂ ਭੋਜਨ ਪ੍ਰਾਪਤ ਕਰਦੇ ਹਨ, ਉਹ ਹੁੰਦੇ ਹਨ ਜਿਵੇਂ ਕਿ ਜਾਨਵਰ, ਸ਼ੇਰ ਹੋ ਗਿਆ, ਇਹ ਸਭ ਆਪਣੇ ਦੂਜਿਆਂ ਤੋਂ ਭੋਜਨ ਪ੍ਰਾਪਤ ਕਰਦੇ ਨੇ। ਮ੍ਰਿਤ ਆਹਾਰੀ ਹੋਣਗੇ, ਉਹ ਸਾਰੇ ਖਪਤਕਾਰਾਂ ਦੇ ਵਿੱਚ ਆ ਜਾਂਦੇ ਨੇ। ਗੱਲ ਨਿਖੇੜਕ ਦੀ। ਨਿਖੇੜਕ ਅੱਗੇ ਦੋ ਪ੍ਰਕਾਰ ਦੀ ਵੰਡਿਆ ਜਾਂਦਾ। ਪਹਿਲੇ ਦਰਜੇ ਦੇ ਖਪਤਕਾਰ ਪ੍ਰਾਇਮਰੀ ਕੰਜ਼ਮਰਸ, ਦੂਜੇ ਦਰਜੇ ਦੇ ਖਪਤਕਾਰ ਜਿਹਨੂੰ ਅਸੀਂ ਇੰਗਲਿਸ਼ 'ਚ ਸੈਕੰਡਰੀ ਕੰਜ਼ਮਰ ਕਹਿੰਦੇ ਨੇ। ਪਹਿਲੇ ਦਰਜੇ ਦੇ ਖਪਤਕਾਰ ਉਹ ਹੁੰਦੇ ਨੇ, ਪਹਿਲੇ ਦਰਜੇ ਦੇ ਖਪਤਕਾਰ ਦੇ ਵਿੱਚ ਸਾਰੇ ਸ਼ਾਕਾਹਾਰੀ ਜੀਵ ਜੰਤੂ ਆ ਜਾਂਦੇ ਨੇ। ਸ਼ਾਕਾਹਾਰੀ ਜੀਵ ਜੰਤੂ ਜਿਵੇਂ ਕਿ ਗਾਂ, ਬੱਕਰੀ, ਖਰਗੋਸ਼, ਹਾਥੀ, ਹਿਰਨ ਸਭ ਘਾਹ ਫੂਹ ਖਾਂਦੇ ਨੇ, ਇਸ ਕਰਕੇ ਇਹ ਸ਼ਾਕਾਹਾਰੀ ਨੇ ਜਿਹੜੇ ਕਿ ਪਹਿਲੇ ਦਰਜੇ ਦੇ ਖਪਤਕਾਰ ਦੇ ਵਿੱਚ ਆਉਂਦੇ ਨੇ। ਅਤੇ ਦੂਜੇ ਦਰਜੇ ਖਪਤਕਾਰ ਦੇ ਵਿੱਚ ਮਾਸਾਹਾਰੀ ਜੀਵ ਜੰਤੂ ਆਉਂਦੇ ਨੇ ਜਿਵੇਂ ਕਿ ਸ਼ੇਰ, ਬੱਬਰ ਸ਼ੇਰ, ਮਗਰਮੱਛ ਆਦਿ। ਇਹ ਸਭ ਸੈਕੰਡਰੀ ਕੰਜ਼ਮਰ ਨੇ। ਅੱਗੇ ਆਪਣਾ ਆ ਜਾਂਦਾ ਸਮਾਜਿਕ ਵਾਤਾਵਰਨ, ਜੋ ਅਸੀਂ ਪੜ੍ਹਿਆ ਸੀ। ਆਪਣੀ 3 ਟਾਈਪਸ ਨੇ ਵਾਤਾਵਰਨ ਦੀਆਂ। ਵਾਤਾਵਰਨ ਦੇ ਪਸਾਰ ਦੇ ਵਿੱਚ ਅਸੀਂ ਦੇਖਿਆ ਸੀ ਭੌਤਿਕ ਵਾਤਾਵਰਨ, ਜੈਵਿਕ ਵਾਤਾਵਰਨ ਅਤੇ ਸਮਾਜਿਕ ਵਾਤਾਵਰਨ। ਭੌਤਿਕ ਵਾਤਾਵਰਨ ਅਸੀਂ ਕਰ ਲਿਆ, ਜੈਵਿਕ ਵਾਤਾਵਰਨ ਵੀ ਹੋ ਚੁੱਕਿਆ ਹੈ ਅਤੇ ਅਗਲਾ ਹੈ ਸਮਾਜਿਕ ਵਾਤਾਵਰਨ। ਸਮਾਜਿਕ ਵਾਤਾਵਰਨ ਦੇ ਵਿੱਚ ਮਨੁੱਖ ਨੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ। ਇਸ ਦੇ ਵਿੱਚ ਆਉਂਦਾ ਕਿ ਮਨੁੱਖ ਨੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ, ਬਹੁਤ ਜ਼ਿਆਦਾ ਤਕਨੀਕੀ ਅੱਗੇ ਵਧਾਈ ਹੈ। ਜਿਵੇਂ ਕਿ ਇੱਥੇ ਲਿਖਿਆ ਹੈ ਪੌੜੀਦਾਰ ਖੇਤੀ। ਪੌੜੀਦਾਰ ਖੇਤੀ ਤਾਂ ਅਗਰ ਜੇ ਪਹਾੜਾਂ 'ਤੇ ਪੌੜੀਦਾਰ ਖੇਤੀ ਕੀਤੀ ਜਾਵੇ ਤਾਂ ਭੂਮੀ ਦੇ ਰਿਸਣ ਦੀ ਕੋਈ ਵੀ ਸੰਭਾਵਨਾ ਨਹੀਂ ਰਹਿੰਦੀ। ਜੇਕਰ ਪਹਾੜਾਂ ਤੋਂ ਭੂਮੀ ਰਿਸੇਗੀ ਤਾਂ ਉਹ ਥੱਲੇ ਨਹੀਂ ਰੁੜੇਗੀ, ਬਲਕਿ ਪੌੜੀਦਾਰ ਖੇਤੀ ਦੇ ਕਾਰਨ ਉਹ ਖੇਤੀ ਦੇ ਵਿੱਚ ਹੀ ਜਮ੍ਹਾਂ ਹੋ ਜਾਵੇਗੀ। ਇਸ ਨਾਲ ਭੂਮੀ ਦੀ ਜਿਹੜੀ ਖੁਰਣ ਹੈਗੀ ਆ ਉਹਦੀ ਸੰਭਾਵਨਾ ਵੀ ਬਹੁਤ ਘੱਟ ਜਾਂਦੀ ਆ। ਅੱਗੇ ਹੈਗੀ ਆ ਬੰਨਾਂ ਦੀ ਉਸਾਰੀ। ਬੰਨਾਂ ਦੀ ਉਸਾਰੀ ਦੇ ਕਾਰਨ ਨਦੀਆਂ ਦਾ ਪਾਣੀ ਵੀ ਨਹੀਂ ਵਗਦਾ। ਆਵਾਜਾਈ ਦੇ ਸਾਧਨ ਬਣਾ ਚੁੱਕੇ ਨੇ ਮਨੁੱਖ, ਜਿਸ ਦੇ ਕਾਰਨ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣਾ ਵੀ ਬਹੁਤ ਆਸਾਨ ਹੋ ਗਿਆ ਹੈ। ਅਤੇ ਉਦਯੋਗਿਕ ਕ੍ਰਾਂਤੀ ਵੀ ਆ ਗਈ ਹੈ। ਉਦਯੋਗਿਕ ਕ੍ਰਾਂਤੀ ਦੇ ਵਿੱਚ ਕੀ ਹੈ ਕਿ ਉਦਯੋਗਾਂ ਦਾ ਬਹੁਤ ਜ਼ਿਆਦਾ ਵਿਕਾਸ ਹੋ ਚੁੱਕਿਆ ਹੈ। ਉਦਯੋਗਿਕ ਕ੍ਰਾਂਤੀ ਦੇ ਕਾਰਨ ਜੀਵਨ ਨੂੰ ਕਈ ਢੰਗਾਂ ਨਾਲ ਆਰਾਮਦੇਹ ਬਣਾਇਆ ਗਿਆ ਹੈ। ਇਸ ਦੇ ਨਾਲ ਇਸ ਦੇਖਿਆ ਜਾਵੇ ਤਾਂ ਸਮਾਜਿਕ ਵਾਤਾਵਰਨ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਆਇਆ ਹੈ। ਅੱਗੇ ਹੈਗਾ ਮਨੁੱਖੀ ਵਾਤਾਵਰਨ। ਕੀ ਹੁੰਦਾ ਹੈ? ਮੈਨ ਮੇਡ ਇਨਵਾਇਰਨਮੈਂਟ। ਮਨੁੱਖੀ ਵਾਤਾਵਰਨ ਉਹ ਹੁੰਦਾ ਜੋ ਕਿ ਮਨੁੱਖਾਂ ਦੁਆਰਾ ਵਾਤਾਵਰਨ ਬਣਾਇਆ ਜਾਵੇ, ਜਿਵੇਂ ਕਿ ਖੇਤੀਬਾੜੀ, ਉਦਯੋਗੀਕਰਨ, ਸੜਕਾਂ ਅਤੇ ਰੇਲ ਮਾਰਗਾਂ, ਪੁੱਲ ਲਾ ਲਓ, ਸੰਚਾਰ ਦੇ ਸਾਧਨ, ਸੀਵਰੇਜ, ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਨੇ। ਰਸਾਇਣਿਕ ਕਿਰਿਆਵਾਂ ਹੋ ਗਈਆਂ, ਖੇਤਾਂ ਦੇ ਲਈ ਰਸਾਇਣਿਕ ਚੀਜ਼ਾਂ ਬਣਾਉਣੀਆਂ, ਰਸਾਇਣਿਕ ਦਵਾਈਆਂ ਬਣਾਉਣੀਆਂ, ਕੁਦਰਤੀ ਸਰੋਤ ਹੋ ਗਏ, ਇਹ ਸਾਰੀ ਸਪਲਾਈਜ਼, ਬਹੁ ਮੰਜ਼ਿਲ ਇਮਾਰਤਾਂ ਸਾਰੇ ਦੇ ਸਾਰੇ ਮਨੁੱਖੀ ਵਾਤਾਵਰਨ ਦੇ ਵਿੱਚ ਆਉਂਦੀ ਹੈਗੀ ਆ। ਇੱਥੇ ਦੇਖਿਆ ਜਾਵੇ ਤਾਂ ਬਿਲਡਿੰਗਸ ਬਣਾਈਆਂ ਜਾ ਰਹੀਆਂ ਨੇ ਮਨੁੱਖ ਦੁਆਰਾ, ਇਸ ਨੂੰ ਅਸੀਂ ਮਨੁੱਖੀ ਇਨਵਾਇਰਨਮੈਂਟ ਕਹਿੰਦੇ ਹਾਂ। ਪੁੱਲ ਬਣਾਏ ਜਾ ਰਹੇ ਨੇ ਨਦੀਆਂ 'ਤੇ, ਇਸ ਨੂੰ ਅਸੀਂ ਮਨੁੱਖੀ ਵਾਤਾਵਰਨ ਕਹਿੰਦੇ ਹਾਂ। ਇੱਕ ਡਾਊਨ ਦੇ ਦੁਆਰਾ ਇਸ਼ੂ ਅਟੈਂਸ਼ੀਅਲ ਸਰਕਲ, ਮਤਲਬ ਕਿ ਸਮੱਸਿਆ ਧਿਆਨ ਚੱਕਰ ਬਣਾਇਆ, ਜਿਸ ਦੇ 5 ਪੜਾਅ ਨੇ ਜੋ ਕਿ ਬਹੁਤ ਜ਼ਿਆਦਾ ਜ਼ਰੂਰੀ ਨੇ। ਇਸ ਦੇ 5 ਪੜਾਅ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ। 5 ਪੜਾਅ ਬਹੁਤ ਦੇ ਆਪਣੇ ਆਪਣੇ ਮਹੱਤਵ ਨੇ। ਤਾਂ ਆਪਾਂ ਹੈਗਾ ਪਹਿਲੇ ਪੜਾਅ ਦੇ ਵਿੱਚ ਜਿਹੜੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ, ਜਾਣੂ ਦਿਵਾਇਆ ਜਾਂਦਾ ਕਿ ਇਸ ਨੂੰ ਵਾਤਾਵਰਨ ਦੇ ਪ੍ਰਤੀ ਕਿਵੇਂ ਕੀ ਕਰਨਾ ਹੈ। ਦੂਜੇ ਪੜਾਅ ਦੇ ਵਿੱਚ ਇਹ ਉਹ ਪੜਾਅ ਹੈ ਜਦੋਂ ਵੱਖ-ਵੱਖ ਕਿਸਮ ਦੇ ਸੰਚਾਰ ਸਾਧਨਾਂ ਜਾਂ ਵਾਸਤਵਿਕ ਨਿਰੀਖਣਾਂ ਰਾਹੀਂ ਲੋਕਾਂ ਦਾ ਧਿਆਨ ਵਾਤਾਵਰਨ ਸਮੱਸਿਆ ਵੱਲ ਕੇਂਦਰਿਤ ਕੀਤਾ ਜਾਂਦਾ ਹੈ। ਵਾਤਾਵਰਨ ਦੇ ਪ੍ਰਤੀ ਲੋਕਾਂ ਦਾ ਧਿਆਨ ਵਾਤਾਵਰਨ ਦੇ ਪ੍ਰਤੀ ਕੇਂਦਰਿਤ ਕੀਤਾ ਜਾਂਦਾ ਹੈ। ਇਸ ਨੂੰ ਅਸੀਂ ਦੂਜੇ ਪੜਾਅ ਵਿੱਚ ਕਹਿੰਦੇ ਹਾਂ। ਤੀਜੇ ਪੜਾਅ ਦੇ ਵਿੱਚ ਕੀ ਹੁੰਦਾ ਹੈ? ਤੀਜੇ ਪੜਾਅ ਦੇ ਵਿੱਚ ਲੋਕਾਂ ਦੀ ਰੁਚੀ ਹੋ ਜਾਂਦੀ ਹੈ। ਰੁਚੀ ਵਧ ਜਾਂਦੀ ਹੈ ਵੀ ਉਹ ਵਾਤਾਵਰਨ ਦੇ ਪ੍ਰਤੀ ਕੀ ਕੁਝ ਕਰਦੇ ਹਨ, ਅਤੇ ਇਹਨਾਂ ਵਿੱਚ ਖਰਚੇ ਵੀ ਆ ਜਾਂਦੇ ਨੇ ਬਹੁਤ। ਚੌਥੇ ਪੜਾਅ ਦੇ ਵਿੱਚ ਜਿਹੜੀ ਲੋਕਾਂ ਦੀ ਦਿਲਚਸਪੀ ਹੈ ਉਹ ਵਾਤਾਵਰਨ ਦੇ ਪ੍ਰਤੀ ਘੱਟ ਜਾਂਦੀ ਹੈ, ਕਿਉਂਕਿ ਇਸ ਦੇ ਵਿੱਚ ਜਿਹੜੀਆਂ ਏਜੰਸੀਆਂ ਨੇ ਉਹ ਵੀ ਬੇਪਰਵਾਹ ਅਤੇ ਲਾਪਰਵਾਹ ਹੋ ਜਾਂਦੀਆਂ ਨੇ। ਅਤੇ ਇੱਕ ਦੂਜਾ ਕਾਰਨ ਇਹ ਵੀ ਹੈ ਕਿ ਇਸ ਦੇ ਵਿੱਚ ਖਰਚਾ ਵੀ ਬਹੁਤ ਆਉਂਦਾ ਹੈ, ਜਿਸ ਦੇ ਕਾਰਨ ਦਿਲਚਸਪੀ ਘੱਟ ਜਾਂਦੀ ਹੈ ਲੋਕਾਂ ਦੀ। ਪੰਜਵਾਂ ਪੜਾਅ ਵੈਰੀ ਇੰਪੋਰਟੈਂਟ। ਪੰਜਵੇਂ ਪੜਾਅ ਦੇ ਵਿੱਚ ਜਿਹੜੀ ਲੋਕਾਂ ਦੀ ਰੁਚੀ ਬਿਲਕੁਲ ਘੱਟ ਜਾਂਦੀ ਹੈ।
ਇਸ ਮੁਤਾਬਿਕ ਪੰਜਵੇਂ ਪੜਾਅ ਦੇ ਮੁਤਾਬਿਕ ਜਿਹੜੀ ਲੋਕਾਂ ਦੀ ਰੁਚੀ ਹੈ ਉਹ ਬਿਲਕੁਲ ਘੱਟ ਜਾਂਦੀ ਹੈ ਅਤੇ ਕਦੇ ਵੱਧ ਵੀ ਜਾਂਦੀ ਹੈ। ਇਸ ਤਰ੍ਹਾਂ ਜਿਹੜਾ ਸਮੱਸਿਆ ਧਿਆਨ ਚੱਕਰ ਹੈਗਾ ਉਹ ਹਾਲੇ ਮੱਧ ਵਿੱਚ ਹੀ ਚੱਲ ਰਿਹਾ, ਬਿਲਕੁਲ ਮੀਡੀਅਮ ਦੇ ਵਿੱਚ ਹੀ ਚੱਲ ਰਿਹਾ। ਅੱਗੇ ਹੈਗਾ ਆਪਣੇ ਕੋਲ ਭਾਰਤੀ ਰੀਤੀ ਰਿਵਾਜ ਅਤੇ ਪਰੰਪਰਾਵਾਂ। ਭਾਰਤੀ ਰੀਤੀ ਰਿਵਾਜ ਅਤੇ ਪਰੰਪਰਾ ਆਪਣੇ ਕੋਲ ਦੋ ਪ੍ਰਕਾਰ ਦੀ ਹੁੰਦੀਆਂ ਨੇ, ਅਤੀਤ ਦੇ ਰੀਤੀ ਰਿਵਾਜ ਅਤੇ ਦੂਜਾ ਹੈਗਾ ਆਪਣੇ ਕੋਲ ਅਜੋਕੇ ਰੀਤੀ ਰਿਵਾਜ। ਅਤੀਤ, ਪਹਿਲੀ ਗੱਲ ਤਾਂ ਭਾਰਤੀ ਪਰੰਪਰਾਵਾਂ ਸਾਡੇ ਜੀਵਨ ਵਿੱਚ ਬਹੁਤ ਜ਼ਿਆਦਾ ਮਹੱਤਵ ਰੱਖਦੀਆਂ ਨੇ, ਕਿਉਂਕਿ ਇਸੇ ਪਰੰਪਰਾਵਾਂ ਅਤੇ ਰੀਤੀ ਰਿਵਾਜ ਦੇ ਕਾਰਨ ਹੀ ਸਾਡੇ ਜੀਵਨ ਦਾ ਮਹੱਤਵ ਬਣਦਾ ਹੈ। ਤਾਂ ਅਤੀਤ 'ਚ ਜੇਕਰ ਗੱਲ ਕਰੀਏ, ਅਤੀਤ ਦੇ ਰੀਤੀ ਰਿਵਾਜ ਦੇ ਵਿੱਚ ਕੀ ਹੁੰਦਾ, ਸਾਡੇ ਜਿਹੜੇ ਕਿ ਪੁਰਾਣੇ ਸਮੇਂ ਦੇ ਰੀਤੀ ਰਿਵਾਜ ਹੁੰਦੇ ਸੀ ਉਹਨੂੰ ਆਪਾਂ ਅਤੀਤ ਦੇ ਰੀਤੀ ਰਿਵਾਜ ਕਹਿੰਦੇ ਹਾਂ। ਅਤੀਤ ਦੇ ਰੀਤੀ ਰਿਵਾਜ ਵਿੱਚ ਜਿਹੜੀਆਂ ਔਰਤਾਂ ਸਨ ਉਹ ਰੁੱਖਾਂ ਦੀ ਪੂਜਾ ਕਰਦੀਆਂ ਸਨ। ਮੰਨ ਲਓ ਇਗਜ਼ਾਮਪਲ ਦੇ ਤੌਰ 'ਤੇ ਜੰਡ ਇੱਕ ਦਰੱਖਤ ਹੈ ਜਿਸ ਦੀ ਔਰਤਾਂ ਪਹਿਲਾਂ ਪੂਜਾ ਕਰਿਆ ਕਰਦੀਆਂ ਸੀ। ਸਾਡੇ ਪੁਰਾਣੇ ਸਮਿਆਂ ਦੇ ਵਿੱਚ ਕੁਝ ਪੰਜ ਤੱਤਵ ਹੁੰਦੇ ਸੀ, ਇਹਨਾਂ ਪੰਜ ਤੱਤਵਾਂ ਦਾ ਬਹੁਤ ਖਿਆਲ ਰੱਖਿਆ ਜਾਂਦਾ ਸੀ, ਬਹੁਤ ਜ਼ਿਆਦਾ ਰਿਸਪੈਕਟ ਕੀਤੀ ਜਾਂਦੀ ਸੀ, ਜਿਹੜੀ ਕਿ ਹੁਣ ਘੱਟ ਗਈ ਹੈ। ਅਜੋਕੇ ਸਮੇਂ ਦੇ ਰੀਤੀ ਰਿਵਾਜ ਦੇ ਬਾਰੇ ਗੱਲ ਕੀਤੀ ਜਾਵੇ ਤਾਂ ਜੰਮੂ ਕਸ਼ਮੀਰ ਦੀ ਗੱਲ ਕੀਤੀ ਜਾਵੇ ਤਾਂ ਦੇਖਿਆ ਜਾਂਦਾ ਹੈ ਕਿ ਉੱਥੇ ਲੋਕ ਇਸ ਤਰ੍ਹਾਂ ਦਾ ਪਹਿਰਾਵਾ ਪਹਿਨਦੇ ਹਨ। ਇਸ ਤਰ੍ਹਾਂ ਦੇ ਪਹਿਰਾਵੇ ਜੰਮੂ ਕਸ਼ਮੀਰ ਵਿੱਚ ਮੌਸਮ ਠੰਡਾ ਹੋਣ ਕਰਕੇ ਪਾਏ ਜਾਂਦੇ ਹਨ, ਜਿਸ ਦੇ ਵਿੱਚ ਉੱਥੇ ਰਹਿਣ ਵਾਲੇ ਲੋਕ ਇੱਕ ਕੋਟ ਪਹਿਨਦੇ ਹਨ ਜਿਸ ਨੂੰ ਅਸੀਂ ਫਿਰਨ ਕਹਿੰਦੇ ਹਾਂ। ਫਿਰਨ ਇੱਕ ਕੋਟ ਹੈ ਅਤੇ ਉਹ ਆਪਣੇ ਸਰੀਰ ਦੀ ਗਰਮੀ ਦੇ ਲਈ ਇੱਕ ਕਾਂਗੜੀ ਜਿਹੀ ਪਗੜੀ ਪਹਿਨਦੇ ਹਨ ਜਿਸ ਨੂੰ ਅਸੀਂ ਕਾਂਗੜੀ ਕਹਿੰਦੇ ਹਾਂ। ਉਹ ਆਪਣੇ ਸਰੀਰ ਦਾ ਤਾਪਮਾਨ ਕਾਇਮ ਰੱਖਣ ਦੇ ਲਈ ਇੱਕ ਖਾਸ ਕਿਸਮ ਦੀ ਚਾਹ ਵੀ ਪੀਂਦੇ ਨੇ ਜਿਹਨੂੰ ਕਾਵਾ ਕਿਹਾ ਜਾਂਦਾ ਹੈ। ਕਾਵਾ ਪੀਂਦੇ ਨੇ ਉਹ। ਜੇਕਰ ਦੂਜੀ ਤਰਫ ਗੱਲ ਕੀਤੀ ਜਾਵੇ ਤਾਂ ਰਾਜਸਥਾਨ ਦੇ ਜ਼ਮੀਨ ਬਹੁਤ ਜ਼ਿਆਦਾ ਗਰਮ ਹੁੰਦੀ ਹੈ। ਜ਼ਮੀਨ ਗਰਮ ਹੋਣ ਦੇ ਕਾਰਨ ਉੱਥੇ ਰਹਿਣ ਵਾਲੇ ਲੋਕ ਇੱਕ ਕਿਸਮ ਦੀ ਪਗੜੀ ਪਹਿਨਦੇ ਹਨ ਜੋ ਕਿ 14 ਮੀਟਰ ਲੰਬੀ ਹੁੰਦੀ ਹੈ, ਜੋ ਕਿ ਇੱਕ ਵਾਤਾਅਨੁਕੂਲ ਦਾ ਕੰਮ ਕਰਦੀ ਹੈ, ਜੋ ਕਿ ਉਹਨਾਂ ਨੂੰ ਬਚਾਏ ਰੱਖਦੀ ਹੈ ਗਰਮੀ ਤੋਂ। ਆਪਣੇ ਮੂੰਹ ਅਤੇ ਨਾਸਾਂ ਨੂੰ ਰੇਤ ਤੋਂ ਬਚਾਉਣ ਲਈ ਲੰਬੀਆਂ ਮੁੱਛਾਂ ਵੀ ਰੱਖਦੇ ਹਨ। ਆਮ ਸਧਾਰਨ ਦੇਖਿਆ ਜਾਵੇ ਤਾਂ ਔਰਤਾਂ ਆਪਣੇ ਆਪ ਨੂੰ ਰੇਤ ਅਤੇ ਤਿੱਖੀ ਗਰਮੀ ਤੋਂ ਬਚਾਉਣ ਦੇ ਲਈ ਲੰਬਾ ਘੁੰਡ ਕੱਢਦੀਆਂ ਹਨ। ਦੱਖਣੀ ਭਾਰਤੀ ਰਾਜਾਂ ਵਿੱਚ ਵਾਤਾਵਰਨ ਗਰਮ ਅਤੇ ਸਿੱਲਾ ਹੁੰਦਾ ਹੈ, ਇਸ ਕਰਕੇ ਉੱਥੋਂ ਦੇ ਨਿਵਾਸੀ ਇੱਕ ਸੂਤੀ ਲੁੰਗੀ ਕੱਪੜਾ ਪਹਿਨਦੇ ਹਨ ਅਤੇ ਸੂਤੀ ਕੁੜਤਾ ਪਹਿਨਦੇ ਹਨ। ਆਮ ਤੌਰ 'ਤੇ ਅੰਗ ਬਸਤਰ ਜੋ ਕਿ ਮੋਢੇ 'ਤੇ ਰੱਖਦੇ ਹਨ। ਇਸ ਤਰ੍ਹਾਂ ਆਦਮੀ ਆਪਣੀ ਸਥਾਨਕ ਬੋਲੀ, ਖਾਣ ਪੀਣ, ਆਦਤਾਂ, ਸਭ ਕੁਛ, ਕੰਮ ਕਰਨ ਦੇ ਢੰਗ, ਜੀਵਨ ਸ਼ੈਲੀ, ਪੂਜਾ ਪਾਠ ਆਦਿ ਜਿੰਨੇ ਵੀ ਤੌਰ ਤਰੀਕੇ ਨੇ ਉਹ ਉੱਥੋਂ ਦੇ ਸਿੱਖ ਲੈਂਦਾ ਅਤੇ ਉਸਦੀ ਮੌਤ ਵੀ ਇੱਕ ਸੱਭਿਆਚਾਰਕ ਪਰੰਪਰਾਵਾਂ ਦੇ ਅਨੁਸਾਰ ਹੀ ਹੁੰਦੀ ਹੈ। ਤਾਂ ਇਸ ਤਰ੍ਹਾਂ ਆਪਣਾ ਜਿਹੜਾ ਇਹ ਲੈਸਨ ਆ ਉਹ ਖਤਮ ਹੋ ਜਾਂਦਾ ਹੈ। ਸਿਰਫ ਇੰਨਾ ਕੁ ਹੀ ਲੈਸਨ ਸੀ। ਈਜ਼ੀ ਬਹੁਤ ਸੀ, ਇਹਦੇ ਕੁਐਸਚਨ ਆਨਸਰ ਵੀ ਵੈਰੀ ਈਜ਼ੀ ਨੇ, ਕਰ ਲਿਆ ਜਾਣ ਤਾਂ। ਅੱਜ ਦੇ ਲਈ ਬਸ ਇੰਨਾ ਹੀ। ਧੰਨਵਾਦ। ਥੈਂਕ ਯੂ।